ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬरुण ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਅਮਰੀਕੀ ਨਾਗਰਿਕਤਾ ਟੈਸਟ ਵਿੱਚ ਫੇਰ ਬਦਲ ਦੀ ਤਿਆਰੀ। ਮਲਵਈਆਂ ਵਿੱਚ ਵਧਿਆ ਵਿਦੇਸ਼ ਜਾਣ ਦਾ ਕਰੇਜ਼, ਜ਼ਮੀਨਾਂ ਵੇਚ ਜਹਾਜ਼ੇ ਚੜ ਰਹੇ ਕਾਕੇ। ਅਮਰੀਕਾ ਜਾਣ ਲਈ ਭਾਰਤੀਆਂ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਦੇ ਨਾਗਰਿਕਾਂ ਨੂੰ ਕਰਨਾ ਪੈ ਰਿਹਾ ਲੰਬਾ ਇੰਤਜ਼ਾਰ। ਪਾਸਪੋਰਟ ਬਣਾਉਣ ਵਾਲਿਆਂ ਲਈ ਅਹਿਮ ਖਬਰ, ਬਿਨੇਕਾਰਾਂ ਦੀ ਸਹੂਲਤ ਦੇ ਲਈ ਲਿਆ ਗਿਆ ਇਹ ਫੈਸਲਾ। ਅਮਰੀਕਾ 'ਚ ਅਣਵਰਤੇ ਗ੍ਰੀਨ ਕਾਰਡਾਂ ਨੂੰ ਮੁੜ ਹਾਸਲ ਕਰਨ ਦੀ ਸਿਫਾਰਿਸ਼ ਮਨਜ਼ੂਰ, ਹਜ਼ਾਰਾਂ ਭਾਰਤੀਆਂ ਨੂੰ ਹੋਵੇਗਾ ਲਾਭ। ਹੁਣ UK ਨਹੀਂ ਜਾ ਸਕਣਗੇ ਵਿਦਿਆਰਥੀਆਂ ਦੇ ਸਕੇ ਸੰਬੰਧੀ, ਜਾਣੋ ਨਵੇਂ ਰੂਲ। ਵਿਦੇਸ਼ ਜਾਣ ਦਾ ਕਰੇਜ਼, ਘਰ ਜ਼ਮੀਨਾਂ ਵੇਚ ਜਹਾਜ਼ੇ ਚੜ ਰਹੇ ਨੌਜਵਾਨ, ਕਈਆਂ ਲਈ ਕਾਲ ਬਣੀ ਡੌਂਕੀ। ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਹੁਣ ਅੰਗਰੇਜ਼ੀ ਦੀ ਸਖਤ ਪ੍ਰੀਖਿਆ ਪਾਸ ਕਰਨੀ ਹੋਏਗੀ। ਪ੍ਰੀਖਿਆ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਨਾਲ ਘੱਟ ਅੰਗਰੇਜ਼ੀ ਜਾਣਨ ਵਾਲੇ ਵਿਦਿਆਰਥੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ 2020 ਵਿੱਚ ਪ੍ਰੀਖਿਆ 'ਚ ਬਦਲਾਅ ਕੀਤੇ ਜਾਣ ਤੋਂ ਬਾਅਦ ਪ੍ਰੀਖਿਆ ਨੂੰ ਪਾਸ ਕਰਨਾ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਨਾਗਰਿਕਤਾ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਦੇ ਨਾਲ ਇੱਕ ਕਾਰਜਕਾਰੀ ਹੁਕਮ ਤੇ ਹਸਤਾਖਰ ਕੀਤੇ। ਇਸ ਤੋਂ ਪਹਿਲਾਂ ਇਹ ਨਿਯਮ 2008 ਵਿੱਚ ਬਦਲੇ ਗਏ ਸੀ। ਮੌਜੂਦਾ ਪ੍ਰੀਖਣ ਵਿੱਚ ਇੱਕ ਅਧਿਕਾਰੀ ਇੰਟਰਵਿਊ ਦੌਰਾਨ ਬੋਲਣ ਦੀ ਸਮਰੱਥਾ ਦਾ ਮੁਲਾਂਕਣ ਨਿੱਜੀ ਸਵਾਲ ਪੁੱਛ ਕੇ ਕਰਦੇ ਨੇ, ਜਿਸ ਦਾ ਜਵਾਬ ਅਰਜ਼ੀਦਾਤਾ ਪਹਿਲਾਂ ਹੀ ਕਾਗਜ਼ੀ ਕਾਰਵਾਈ ਵਿੱਚ ਦੇ ਚੁੱਕਾ ਹੁੰਦਾ ਹੈ। ਇਹ ਨਵੇਂ ਨਿਯਮ ਆਉਣ ਦੀ ਖਬਰ ਦੇ ਨਾਲ ਹੀ ਲੋਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। ਮੇਹਰ ਅਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਅਮਰੀਕਾ ਜਾਣ ਤੋਂ ਬਾਅਦ ਇੱਕ ਬਾਲਗ ਦੇ ਰੂਪ ਦੇ ਵਿੱਚ ਅੰਗਰੇਜ਼ੀ ਸਿੱਖਿਆ ਤੇ ਉਚਾਰਨ ਕਰਨਾ ਬਹੁਤ ਮੁਸ਼ਕਿਲ ਪਾਇਆ। ਉਹਨਾਂ ਨੂੰ ਚਿੰਤਾ ਹੈ ਕਿ ਨਿੱਜੀ ਸਵਾਲਾਂ ਦੀ ਜਗ੍ਹਾ ਫੋਟੋ ਦੇ ਆਧਾਰ ਤੇ ਬੋਲਣ ਦਾ ਇੱਕ ਨਵਾਂ ਹਿੱਸਾ ਜੋੜਨ ਨਾਲ ਉਸ ਵਰਗੇ ਹੋਰ ਲੋਕਾਂ ਲਈ ਪ੍ਰੀਖਿਆ ਪਾਸ ਕਰਨਾ ਮੁਸ਼ਕਿਲ ਹੋਏਗਾ। ਸ਼ਾਈ ਆਵਨੀ ਜੋ 5 ਸਾਲ ਪਹਿਲਾਂ ਇਜ਼ਰਾਈਲ ਤੋਂ ਆ ਕੇ ਵਸ ਗਈ ਅਤੇ ਪਿਛਲੇ ਸਾਲ ਅਮਰੀਕੀ ਨਾਗਰਿਕ ਬਣੀ ਹੈ, ਉਸਨੇ ਕਿਹਾ ਕਿ ਨਵਾਂ ਬੋਲਣ ਵਾਲਾ ਨਿਯਮ ਪ੍ਰੀਖਣ ਦੇ ਦੌਰਾਨ ਅਰਜ਼ੀਦਾਤਾਵਾਂ ਨੂੰ ਪਹਿਲਾਂ ਤੋਂ ਹੀ ਮਹਿਸੂਸ ਹੋਣ ਵਾਲੇ ਤਣਾਅ ਨੂੰ ਹੋਰ ਵਧਾ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਪਹਿਲਾਂ ਭਾਸ਼ਾ ਅੰਗਰੇਜ਼ੀ ਨਹੀਂ ਹੈ, ਯਾਨੀ ਕਿ ਫਰਸਟ ਲੈਂਗੁਏਜ ਅੰਗਰੇਜ਼ੀ ਨਹੀਂ ਹੈ, ਉਹਨਾਂ ਲਈ ਤਾਂ ਡਰ ਦਾ ਮਾਹੌਲ ਹੋਏਗਾ। ਉਹਨਾਂ ਨੂੰ ਦੱਸਣ ਦੇ ਲਈ ਛੇਤੀ ਸ਼ਬਦ ਨਹੀਂ ਮਿਲਣਗੇ। ਮੈਸਾਚੂਸੇਟਸ ਵਿੱਚ ਨਾਗਰਿਕਤਾ ਪਾਠ ਪੁਸਤਕ ਦੇ ਲੇਖਕ ਬਿਲ ਨੇ ਇੱਕ ਬਲੌਗ ਪੋਸਟ ਵਿੱਚ ਇੱਕ ਉਦਾਹਰਣ ਦਿੱਤੀ ਹੈ ਕਿ ਕਿਵੇਂ ਪ੍ਰੀਖਣ ਜ਼ਿਆਦਾ ਮੁਸ਼ਕਿਲ ਹੋ ਜਾਏਗਾ, ਕਿਉਂਕਿ ਇਸ ਦੇ ਲਈ ਗਿਆਨ ਦੇ ਵੱਡੇ ਆਧਾਰ ਦੀ ਲੋੜ ਹੋਏਗੀ। ਮੌਜੂਦਾ ਨਾਗਰਿਕ ਸ਼ਾਸਤਰ ਦੇ ਸਵਾਲ ਦੇ ਵਿੱਚ ਇੱਕ ਅਧਿਕਾਰੀ ਅਰਜ਼ੀਦਾਤਾ ਨੂੰ 1900 ਦੇ ਦਹਾਕੇ 'ਚ ਅਮਰੀਕਾ ਵੱਲੋਂ ਲੜੇ ਗਏ ਯੁੱਧ ਦਾ ਨਾਮ ਦੱਸਣ ਦੇ ਲਈ ਕਹਿ ਰਿਹਾ ਹੈ। ਸਵਾਲ ਦਾ ਸਹੀ ਜਵਾਬ ਹਾਸਲ ਕਰਨ ਦੇ ਲਈ ਅਰਜ਼ੀਦਾਤਾ ਨੂੰ ਦਿੱਤੇ ਗਏ 5 ਜਵਾਬਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਏਗਾ, ਜਿਵੇਂ ਪਹਿਲੀ ਵਿਸ਼ਵ ਜੰਗ, ਦੂਸਰੀ, ਤੀਸਰੀ ਕੋਰੀਆਈ ਜੰਗ ਜਾਂ ਕੁਝ ਹੋਰ। ਬਲਿਸ ਦਾ ਕਹਿਣਾ ਹੈ ਕਿ ਇਹ ਇੱਕ ਸਹੀ ਜਵਾਬ ਦੀ ਚੋਣ ਕਰਨ ਦੇ ਲਈ ਅਰਜ਼ੀਦਾਤਾ ਨੂੰ 1900 ਦੇ ਦਹਾਕੇ 'ਚ ਅਮਰੀਕਾ ਵੱਲੋਂ ਲੜੇ ਗਏ 5 ਯੁੱਧਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਵਾਸਤੇ ਭਾਸ਼ਾ ਤੇ ਪਕੜ ਹੋਣ ਦੀ ਲੋੜ ਹੈ। ਮੌਜੂਦਾ ਵਿੱਚ ਪ੍ਰੀਖਿਆ ਦੇਣ ਵਾਲੇ 10 ਸਵਾਲਾਂ ਦੇ 6 ਦਾ ਸਹੀ ਜਵਾਬ ਦੇਣਾ ਹੋਏਗਾ। ਉਹਨਾਂ ਦੇ 10 ਸਵਾਲਾਂ ਨੂੰ ਵੀ ਨਾਗਰਿਕ ਸ਼ਾਸਤਰ ਦੇ 100 ਸਵਾਲਾਂ ਦੇ ਸਮੂਹ ਵਿੱਚ ਚੁਣਿਆ ਜਾਏਗਾ ਅਤੇ ਅਰਜ਼ੀਦਾਤਾ ਨੂੰ ਇਹ ਨਹੀਂ ਦੱਸਿਆ ਜਾਏਗਾ ਕਿ ਕਿਹੜੇ ਸਵਾਲ ਚੁਣੇ ਗਏ ਨੇ, ਪਰ ਇੱਕ ਪ੍ਰੀਖਿਆ ਦੇਣ ਦੇ ਲਈ ਇਸ ਨੂੰ 100 ਸਵਾਲਾਂ ਦਾ ਅਧਿਐਨ ਕਰਨਾ ਹੋਏਗਾ। ਕਈ ਮਹੀਨਿਆਂ ਤੱਕ ਚੱਲਣ ਵਾਲੇ ਇਸ ਅਮਲ ਦੇ ਲਈ ਅਪਲਾਈ ਕਰਨ ਵਾਸਤੇ ਸੰਬੰਧਿਤ ਵਿਅਕਤੀ ਕੋਲ ਲੀਗਲ PR ਹੋਣਾ ਜ਼ਰੂਰੀ ਹੈ। ਹੁਕਮਾਂ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਵੱਲੋਂ ਨਾਗਰਿਕਤਾ ਟੈਸਟ ਵਿੱਚ ਕੀਤੇ ਗਏ ਫੇਰ ਬਦਲ ਨੂੰ ਖਤਮ ਕਰਕੇ ਇਸ ਨੂੰ ਪੁਰਾਣੇ ਸੰਸਕਰਨ ਵਾਲਾ ਰੂਪ ਦੇ ਦਿੱਤਾ ਗਿਆ। ਨਾਗਰਿਕਤਾ ਟੈਸਟ ਆਖਰੀ ਵਾਰੀ ਸਾਲ 2008 ਵਿੱਚ ਨਵਿਆਇਆ ਗਿਆ ਸੀ। ਅਮਰੀਕੀ ਅਥਾਰਟੀਜ਼ ਨੇ ਦਸੰਬਰ ਵਿੱਚ ਕਿਹਾ ਸੀਗਾ ਕਿ 15 ਸਾਲਾਂ ਦੇ ਅਰਸੇ ਮਗਰੋਂ ਟੈਸਟ ਨੂੰ ਨਵਿਆਉਣ ਦੀ ਲੋੜ ਪੈਂਦੀ ਹੈ। ਟੈਸਟ ਦਾ ਨਵਾਂ ਸੰਸਕਰਨ ਅਗਲੇ ਸਾਲ ਦੇ ਅਖੀਰ 'ਚ ਆਉਣ ਦੀ ਉਮੀਦ ਹੈ। ਦੁਆਬੇ ਵਾਲਿਆਂ ਵਾਂਗ ਮਲਵਈਆਂ ਦੇ ਵਿੱਚ ਵੀ ਵਿਦੇਸ਼ ਜਾ ਕੇ ਬਸਣ ਦਾ ਕਰੇਜ਼ ਲਗਾਤਾਰ ਵਧ ਰਿਹਾ। ਮਾਲਵੇ ਵਿੱਚ ਪਿਛਲੇ 5 ਸਾਲਾਂ ਤੋਂ ਆਇਲਸ ਕੋਚਿੰਗ ਸੈਂਟਰ ਤੇ ਵੀਜ਼ਾ ਕੰਸਲਟੈਂਸੀ ਦਫ਼ਤਰ ਖੁੱਲਣ ਮਗਰੋਂ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਦਰ ਸਿਖਰ ਤੇ ਪਹੁੰਚ ਗਈ ਹੈ। ਆਲਮ ਇਹ ਹੈ ਕਿ ਗਿੱਦੜਬਾਹਾ ਦੇ ਨੇੜਲੇ ਪਿੰਡ ਹਰੀਕੇ ਕਲਾਂ 'ਚ ਹਰ 5ਵੇਂ ਘਰ ਵਿੱਚੋਂ ਇੱਕ ਨੌਜਵਾਨ ਵਿਦੇਸ਼ ਪੜ੍ਹਨ ਗਿਆ ਹੋਇਆ ਹੈ। ਹਰੀਕੇ ਕਲਾਂ ਦੀ ਆਬਾਦੀ 10,000 ਹੈ ਤੇ ਇਸ ਪਿੰਡ ਨੇ 250 ਤੋਂ 300 ਨੌਜਵਾਨ ਜਿਹੜੇ ਨੇ ਵਿਦੇਸ਼ ਭੇਜ ਦਿੱਤੇ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡਾ ਦੀ ਅਗਲੇਰੀ ਪੜ੍ਹਾਈ ਲਈ ਗਏ ਨੇ।
बहुत सारे लोगों ने इत्थे अपनी ਜ਼ਮੀਨ सस्ते भाਅ ਤੇ ਵੇਚਣੀ शुरू कर ਦਿੱਤੀ है केवल ਤੇ केवल विदेश जाण ਦੀ ਚਾਹ ਦੇ ਵਿੱਚ। दुनिया भर के लोगों में अमरीका जाण का रुझान लगातार वध रहा। इस दे नाल ही अमरीका जाण के इच्छुक ਵੱਖ-ਵੱਖ देशों के लोगों लिए वीज़ा इंटरव्यू लिए इंतजार लंबा होंदा जा रहा। अमरीका प्रति दुनिया भर लोगों की दीवानगी का आलम यह है कि कनेडा के लोगों को अमरीका का विजिटर वीज़ा हासिल करने के लिए इंटरव्यू लिए 2 साल तक की उड़ीक करनी पै रही है, जबकि भारत और पाकिस्तान के लोगों को वीज़ा इंटरव्यू लिए लगभग 1.25 साल और दुबई के लोगों को 13 महीने का इंतजार करना पै रहा। मतलब साफ है कि अमरीका जाने के लिए भारतीयों को ही इंटरव्यू लिए लंबा इंतजार नहीं करना पै रहा, सगों दुनिया के कई होर देश ने जिन्हां दे नागरिकों लिए इंटरव्यू लिए इंतजार भारत तो भी लंबा है। पर इसका एक मतलब यह भी है कि अमरीका कोल थोक दे भाव विच दुनिया भर तो अर्जियां आ रही ने वीज़ा दियां प्रोसैस करने तो इलावा इंटरव्यू लिए भी स्टाफ की कमी है, जिस कारण यह इंतजार लंबा हो रहा है। इस नाल अमरीका के सैर सपाटा रैवन्यू ते भी असर पै रहा है। अमरीका के ब्यूरो ऑफ कौंसलर अफेयर विभाग के अंकड़ियां के मुताबिक इस सूची के विच सिंगापुर के लोगों का इंतजार सब तो घट है तो इत्थों के नागरिकों को अमरीका विच वीज़ा हासिल करने के लिए केवल 42 दिनों के अंदर अपॉइंटमेंट मिल रही है, जबकि कोलंबो के लोगों को 55 दिन, लंडन के लोगों को 100 दिन, आस्ट्रेलिया के नागरिकों को 136 दिन, न्यूजीलैंड के नागरिकों को 140 दिन और बीजिंग के नागरिकों को 127 दिन का इंतजार करना पै रहा। जून महीने विच भारत के प्रधानमंत्री नरेंद्र मोदी के अमरीका दौरे दौरान दोवें देशों दरमियान हुई गलबात के दौरान भी भारतीय नागरिकों को वीज़ा एप्लीकेशन च देरी का मुद्दा उठिया सी। इस दे जवाब दे विच अमरीका ने कहा सीगा कि वह जल्दी ही भारत विच 2 होर दूतघर खोलण जा रहा। ये दूतघर वीज़ा तो इलावा होरना मामलों पर काम करेंगे। इस तो पहला हाल ही विच अमरीका के वीज़ा एप्लीकेशन की प्रोसैसिंग विच काफ़ी सुधार होया ते वेटिंग पीरीयड हौली हौली घट हो रहा अते आउण वाले दिनों विच भारतीय नागरिकों लिए वीज़ा एप्लीकेशन तो बाद इंटरव्यू लिए इंतजार घट हो सकता है। पासपोर्ट सेवावां दे नाल संबंधित वध रहीआं अर्जियां दे मद्देनज़र जलंधर आरपीओ के अधिकार खेतर विच आउण वाले सारे पासपोर्ट सेवा केंद्र अते पोस्ट ऑफिस पासपोर्ट सेवा केंद्र बिनेकार की सहूलत के लिए इस शनिवार नूं खुले रहणगे। वधेरे जानकारी दिंदिआं खेतरी पासपोर्ट अधिकारी अनूप सिंह ने दस्सिया कि विदेश मंत्रालय वालों बिनेकारां की सहूलत और सहायता लिए फैसला लिया गया सी और इस शनिवार सारे पासपोर्ट दफ्तर खुले भी रहे सन। उन्होंने दस्सिया कि हुण पासपोर्ट के नाल संबंधित सेवावां लई अपॉइंटमेंट 8 जुलाई 2023 लई उपलब्ध भी हो चुकियां सी। विनेकार विदेश मंत्रालय नवी दिल्ली की अधिकारित वैबसाइट ते जाके 8 जुलाई तक लई अपने स्लॉट रीशेड्यूल अते बुक भी कर सकते सन। अमरीकी राष्ट्रपति के सलाहकार कमीशन ने 1992 तो परिवार ते रोजगार वर्ग के 2,30,000 तो वध अणवरते ग्रीन कार्डां नूं मुड़ हासिल करन दी सिफारिश नूं मंजूरी दे दित्ती है। अमरीका च ग्रीन कार्ड नूं स्थाई निवास कार्ड के तौर पर जानिया जाता है। यह अमरीका च गैर प्रवासियों नूं सबूत के तौर पर जारी किया जाता है जो धारकों नूं अमरीका च स्थाई तौर पर रहण का खास अधिकार दिंदा है। एशियन अमरीकी मूल हवाईन ते प्रशांत टापू के वासियों ते अमरीकी राष्ट्रपति बाइडन की सलाहकार कमीशन के मैंबर ते भारत वंशी व्यापारी भटोरिया ने वीरवार नूं कमीशन नूं सिफारिशां च कहा कि इस विच 1992 तो 2022 तक 2,30,000 तो वध अणवरते रोजगार आधारित ग्रीन कार्डां नूं मुड़ हासिल करना शामिल है। अणवरते ग्रीन कार्डां नूं मुड़ हासिल करना ते भविख विच ग्रीन कार्ड की बर्बादी नूं रोकण दे मंतव दे नाल ग्रीन कार्ड अर्जी प्रक्रिया च नौकरशाही की देरी नूं पछाणना ते उड़ीक कर रहे व्यक्तियों नूं राहत देना है। डिपार्टमेंट ऑफ होमलैंड सिक्योरिटी नूं कांग्रेस ने सालाना एक वड्डी गिणती च परिवार ते रोजगार आधारित गैर प्रवासी वीज़ा जारी करने लई अधिकारित किया गया। हालांकि नौकरशाही की देरी नाल उपलब्ध ग्रीन कार्डां की वरतों घट हुई है ते अणवरते ग्रीन कार्ड कई सालों तक जमा हुंदे गए। पिछले कुछ सालों तो भारत विचों स्टडी वीज़ा उत्ते बाहरले मुल्कां विच जाण वाले नौजवानों की गिणती च चोखा वाधा होया। इस विच उत्तरी भारत सूबियां पंजाब हरियाणा की नौजवान पीढ़ी का
ਸੰਖਿਆ ਜਿਹੜੀ ਹੈ ਉਹ ਕਾਫੀ ਵੱਧ ਹੈ। ਪਰ ਹਾਲ ਹੀ ਦੇ ਵਿੱਚ ਯੂਕੇ ਦੀ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ, ਜਿਨ੍ਹਾਂ ਦੇ ਮੁਤਾਬਕ ਜਨਵਰੀ 2024 ਤੋਂ ਵਿਦਿਆਰਥੀ ਵੀਜ਼ਾ ਰਾਹੀਂ ਗੈਰ ਖੋਜ ਕੋਰਸਾਂ ਵਿੱਚ ਦਾਖਲਾ ਲੈ ਕੇ ਯੂਕੇ ਆਉਣ ਵਾਲੇ ਅੰਤਰਰਾਸ਼ਟਰੀ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਉੱਤੇ ਪਾਬੰਦੀ ਲਗਾਈ ਜਾਏਗੀ। ਹੁਣ ਇੱਕ ਪਾਸੇ ਜਿੱਥੇ ਵੱਡੀ ਗਿਣਤੀ ਜਨਵਰੀ 2024 ਤੋਂ ਪਹਿਲਾਂ ਦੇ ਸਮੇਂ ਨੂੰ ਕੈਸ਼ ਕਰਨ ਦੇ ਆਹਾਰ ਵਿੱਚ ਹੈ, ਤਾਂ ਦੂਜੇ ਪਾਸੇ ਯੂਕੇ ਜਾਣ ਦੇ ਚਾਹਵਾਨ ਭਾਰਤੀ ਨਵੇਂ ਤਰੀਕੇ ਲੱਭ ਰਹੇ ਨੇ। ਵਿਦਿਆਰਥੀ ਵੀਜ਼ਾ ਦੇ ਬਦਲ ਵਜੋਂ ਹੁਣ ਨੌਜਵਾਨ ਕੇਅਰ ਗਿਵਰ ਜਾਂ ਕੇਅਰ ਵਰਕਰ ਵੀਜ਼ੇ ਰਾਹੀਂ ਯੂਕੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਦੱਸ ਦਈਏ ਕਿ ਵੀਜ਼ਾ 5 ਸਾਲ ਲਈ ਯੋਗ ਹੁੰਦਾ ਹੈ, ਜਿਸ ਰਾਹੀਂ ਆਪਣੇ ਜੀਵਨ ਸਾਥੀ, ਬੱਚਿਆਂ ਤੇ ਹੋਰਨਾਂ ਅਸ਼ਰਤਾਂ ਨੂੰ ਵਿਦੇਸ਼ ਬੁਲਾਇਆ ਜਾ ਸਕਦਾ ਹੈ। ਜਦਕਿ ਜਨਵਰੀ 2024 ਤੋਂ ਬਾਅਦ ਗੈਰ ਖੋਜ ਕੋਰਸਾਂ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਆਪਣੀ ਪਤੀ ਜਾਂ ਪਤਨੀ, ਬੱਚਿਆਂ ਤੇ ਮਾਪਿਆਂ ਨੂੰ ਵਿਦੇਸ਼ ਨਹੀਂ ਬੁਲਾ ਸਕਣਗੇ। ਇਸ ਸੰਬੰਧ ਵਿੱਚ ਵੀ ਯੂਕੇ ਸਰਕਾਰ ਦਾ ਪੱਖ ਹੈ ਕਿ ਉਸਨੇ ਇਹ ਕਦਮ ਦੇਸ਼ ਵਿੱਚ ਮਾਈਗ੍ਰੇਟ ਹੋ ਕੇ ਆ ਰਹੇ ਆਸ਼ਰਤਾਂ ਦੀ ਗਿਣਤੀ ਘਟਾਉਣ ਲਈ ਚੁੱਕਿਆ ਹੈ। ਸਰਕਾਰੀ ਰਿਕਾਰਡ ਦੇ ਮੁਤਾਬਕ ਕੋਵਿਡ-19 ਤੋਂ ਬਾਅਦ ਦੇਸ਼ ਵਿੱਚ ਆਸ਼ਰਤਾਂ ਦੀ ਗਿਣਤੀ 2019 ਦੀ ਸੰਖਿਆ ਦੇ ਮੁਕਾਬਲੇ 8 ਗੁਣਾ ਵੱਧ ਚੁੱਕੀ ਹੈ। ਹੁਣ ਦੇਸ਼ ਵਿੱਚ ਇਹ ਗਿਣਤੀ 1,36,000 ਹੈ। ਇਸ ਦੇ ਸੰਬੰਧ ਵਿੱਚ ਹੋਰ ਜਾਣਕਾਰੀ ਮਿਲੀ ਹੈ ਕਿ ਜਨਵਰੀ 2024 ਤੋਂ ਪਹਿਲਾਂ ਨਵੰਬਰ ਅਤੇ ਸਤੰਬਰ ਦੇ ਵਿੱਚ ਵਿਦਿਆਰਥੀ ਇਨਟੇਕ ਲਈ ਅਪਲਾਈ ਕਰ ਸਕਦੇ ਨੇ ਅਤੇ ਉਹ ਆਪਣੇ ਜੀਵਨ ਸਾਥੀ ਨੂੰ ਨਾਲ ਲਿਆਉਣ ਲਈ ਯੋਗ ਵੀ ਹੋਣਗੇ। ਇਸ ਨਵੀਂ ਸਥਿਤੀ ਦੇ ਮੱਦੇਨਜ਼ਰ ਵਿਦਿਆਰਥੀ ਸਤੰਬਰ ਤੇ ਨਵੰਬਰ ਇਨਟੇਕ ਦਾ ਫਾਇਦਾ ਉਠਾਉਣ ਦੇ ਲਈ ਯਤਨ ਕਰ ਰਹੇ ਨੇ। ਇਸ ਦੇ ਨਾਲ ਹੀ ਵੀਜ਼ਾ ਕੰਸਲਟੈਂਟ ਨਵੇਂ ਰਾਹ ਦੱਸ ਰਹੇ ਨੇ, ਜਿਨ੍ਹਾਂ ਵਿੱਚ ਇੱਕ ਕਾਰਗਰ ਰਾਹ ਕੇਅਰ ਗਿਵਰ ਵੀਜ਼ੇ ਦਾ ਦੱਸਿਆ ਜਾ ਰਿਹਾ। ਵਿਦੇਸ਼ ਜਾ ਕੇ ਪੜ੍ਹਨ ਅਤੇ ਡਾਲਰ ਕਮਾਉਣ ਦਾ ਕਰੇਜ਼ ਅੱਜ ਬਹੁਤ ਸਾਰੇ ਭਾਰਤੀ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ 'ਚ ਹੈ। ਬੀਤੇ ਸਾਲ ਵਿੱਚ ਸਹੀ ਤਰੀਕੇ ਨਾਲ ਹਰਿਆਣਾ, ਪੰਜਾਬ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਨੇ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਆਦਿ ਦੇਸ਼ਾਂ 'ਚ ਆਪਣੇ ਆਪ ਨੂੰ ਸਥਾਪਿਤ ਹੀ ਨਹੀਂ ਕੀਤਾ, ਸਗੋਂ ਉੱਥੇ ਵਿਸ਼ੇਸ਼ ਜਗ੍ਹਾ ਵੀ ਬਣਾਈ ਹੈ। ਪਰ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਉਹਨਾਂ ਦੇ ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਖਾਸ ਕਰਕੇ ਪਿੰਡਾਂ ਤੋਂ ਲੱਖਾਂ ਲੋਕ ਆਪਣੇ ਘਰ ਅਤੇ ਜ਼ਮੀਨਾਂ ਵੇਚ ਕੇ ਨਾਜਾਇਜ਼ ਏਜੰਟਾਂ ਦੇ ਚੁੰਗਲ ਵਿੱਚ ਫਸ ਕੇ ਡੌਂਕੀ ਅਤੇ ਜੰਗਲ ਦੇ ਰਸਤੇ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਪੁੱਜ ਰਹੇ ਨੇ। ਕਈ ਭਾਰਤੀ ਤਾਂ ਆਪਣਾ ਜੀਵਨ ਵੀ ਗਵਾ ਦਿੰਦੇ ਨੇ। ਇਨੈਲੋ ਨੇਤਾ ਅਬੇ ਚੌਟਾਲਾ ਨੇ ਵੀ ਡੌਂਕੀ ਅਤੇ ਜੰਗਲ ਦੇ ਰਸਤੇ ਅਮਰੀਕਾ ਪੁੱਜਣ ਤੇ ਚਿੰਤਾ ਪ੍ਰਗਟ ਕੀਤੀ ਹੈ। ਹਰਿਆਣਾ ਦੇ ਨਰਵਾਣਾ ਦੇ ਛੋਟੇ ਜਿਹੇ ਪਿੰਡ ਤੋਂ ਆ ਕੇ ਅਮਰੀਕਾ ਵਿੱਚ ਵਸੇ ਡਾਕਟਰ ਸੁਰੇਸ਼ ਗੁਪਤਾ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੋਂ ਪ੍ਰੈਜ਼ੀਡੈਂਟਸ ਲਾਈਫਟਾਈਮ ਅਚੀਵਮੈਂਟ ਅਵਾਰਡ ਹਾਸਲ ਕਰਨ ਦਾ ਮਾਣ ਮਿਲਿਆ, ਉਹਨਾਂ ਨੇ ਨਾਜਾਇਜ਼ ਤਰੀਕੇ ਦੇ ਨਾਲ ਵਿਦੇਸ਼ ਪੁੱਜਣ ਵਾਲੇ ਭਾਰਤੀ ਨੌਜਵਾਨਾਂ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਡਾਕਟਰ ਗੁਪਤਾ ਨੇ ਕਿਹਾ ਕਿ ਅਮਰੀਕਾ ਵਿੱਚ ਉਹਨਾਂ ਨੇ ਦੇਖਿਆ ਕਿ ਆਪਣੇ ਪਰਿਵਾਰ ਦੀ ਜਾਇਦਾਦ ਅਤੇ ਜੀਵਨ ਭਰ ਦੀ ਪੂੰਜੀ ਬਰਬਾਦ ਕਰਕੇ ਨਾਜਾਇਜ਼ ਤਰੀਕੇ ਨਾਲ ਜੀਵਨ ਦਾਅ ਤੇ ਲਾ ਕੇ ਪੁੱਜੇ ਲੋਕਾਂ ਦੀ ਹਾਲਤ ਠੀਕ ਨਹੀਂ ਹੈ। ਇਹਨਾਂ ਦੇ ਕੋਲ ਨਾ ਰੋਜ਼ਗਾਰ ਹੈ, ਨਾ ਹੀ ਭੋਜਨ। ਭਾਰਤ ਸਰਕਾਰ ਨੂੰ ਇਹਨਾਂ ਤੇ ਪਾਬੰਦੀ ਲਗਾਉਣ ਦੇ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਨੇ। ਜਾਣਕਾਰੀ ਦੇ ਮੁਤਾਬਕ ਬਹੁਤ ਸਾਰੇ ਨੌਜਵਾਨ 12ਵੀਂ ਪਾਸ ਹੋਣ ਤੋਂ ਬਾਅਦ ਸਟੱਡੀ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਏਜੰਟ ਜਾਂ ਸਲਾਹ ਏਜੰਸੀ ਨਾਲ ਸੰਪਰਕ ਕਰਦੇ ਨੇ। ਅਜਿਹੇ ਏਜੰਟ ਰਾਹੀਂ ਵਿਦੇਸ਼ ਤਾਂ ਪੁੱਜ ਜਾਂਦੇ ਨੇ, ਪਰ ਯਾਤਰਾ ਤੋਂ ਬਾਅਦ ਆਮ ਤੌਰ ਤੇ ਏਜੰਟ ਜਾਂ ਸਲਾਹ ਏਜੰਸੀਆਂ ਆਪਣੀ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੀਆਂ ਨੇ। ਵਿਦਿਆਰਥੀ ਜਿਸ ਦੇਸ਼ ਵਿੱਚ ਗਏ ਨੇ, ਜੇਕਰ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਨਾਜਾਇਜ਼ ਮੰਨ ਲਿਆ ਜਾਂਦਾ ਹੈ। ਇੱਥੇ ਉਹ ਡੌਂਕੀ ਦਾ ਸ਼ਿਕਾਰ ਹੁੰਦੇ ਨੇ। ਇਹ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਸ਼ੁਕਰੀਆ। ਸਤਿ ਸ਼੍ਰੀ ਅਕਾਲ।